कैप्टन अमरिंदर सिंह होरां ने चोण कंपेन के वास्ते जिहड़ा चॉपर रेंट ते लिया या क्योंकि आम तौर पर सारियां पार्टियां तौर पर भी लेंदे नेगे तां उहदे पैसे नहीं के दित्ते 3 घंटे ते 5 लाख रुपये पर घंटे के हिसाब नाल इन्हां ने मेरा कॉन्ट्रैक्ट सीगा जिहड़ा मैं दित्ता इन्हां नूं। किन्नी अमाउंट है ये मेरी अमाउंट जी हुण 3 करोड़ के आस-पास है। अनफॉर्चुनेट कि टैक्टिक से लोग अपना रहे हैं, मेरी आर्म ट्विस्टिंग कर रहे हैं, मैनूं डरा रहे हैं, बट मैं बीइंग द फौजी जी मैं सरहद ते लड़ाई भी लड़िया, मैं इन्हां नाल भी लड़ांगा। मार्च के महीने च जिहड़ा कैप्टन का उदों एडवाइजर सीगा एविएशन का कर्नल RPS महल, वो मेरा फौज के भी सीनियर सी, उन्हें मैनूं कंटैक्ट किया कि यार कैप्टन साहब नूं जहाज नहीं मिल रहा कोई, तो बीजेपी वाले सारे जहाज लै गए, उन्हों की चैट भी हैगी, तो मैनूं तुसीं मदद करो मेरी। उदों मेरे को 2 हैलीकॉप्टर सीगे, तो जब 23 तरीक नूं जहाज आया मैं कैप्टन साहब नाल भी गल की एंड मैं इन्होंने कॉन्ट्रैक्ट फॉर्मुलेट करके कैप्टन महल नूं ते राजेंद्र गुप्ता नूं दिता। ये जिहड़ी इकनॉमिक अफेंस विंग की रिपोर्ट द फाइनल है, उहदे च इन्होंने अक्यूज पाया गया है। तो उन्होंने कार्रवाई अगे नहीं बताई है? उन्होंने कार्रवाई जब वधानी सी वो इन्होंने पंजाब च करती, पंजाब च फाइल डस्ट कर रही है। मैं कैप्टन साहब नूं बड़ियां मेलां पाईयां, राजेंद्र गुप्ता नूं पाईयां, फिर पुलिस कंप्लेंट की, उस तो बाद असीं 156 वास्ते इत्थे इन्हां नूं जज साहब नूं इत्थे अप्लाई किया। ये सारा पैसा राजेंद्र गुप्ता की ट्राइडेंट कंपनियां तो आया, सारा पैसा। ये राजेंद्र गुप्ता जी का चेयरमैन है, अभिषेक गुप्ता, एशियन टैक्सटाइल कॉरपोरेशन, लोटस पार्क, बठिंडा कॉटन मिल्स, ये सारी राजेंद्र गुप्ता की कंपनी का पैसा बैंक च आया। एंड जब फ्लाइंग खत्म हो गई, जब मैं वापस आया, मैं उन्होंने को गया कि जी मेरा बकाया दे दो, उन्होंने मैनू मना करता देण दो। सत श्री अकाल जी। चोणां दे दौरान ਅਸੀਂ ਦੇਖਦੇ ਹਾਂ ਵੀ ਚੋਪਰਾਂ ਤੇ ਚੜੇ ਹੋਏ ਜਦੋਂ ਲੀਡਰ तमाम ਤੌਰ ਤੇ ਦੌਰੇ ਕਰਦੇ ਨੇ ਤੇ ਖੈਰ ਲੋੜ ਵੀ ਹੁੰਦੀ ਆ ਉਸ ਸਮੇਂ ਦੇ ਦੌਰਾਨ ਕਿਉਂਕਿ ਸਮਾਂ ਬਹੁਤ ਘੱਟ ਹੁੰਦਾ ਹੈ, ਪਰ ਹੁਣ ਜਿਹੜਾ ਮਾਮਲਾ ਨਵਾਂ ਸਾਹਮਣੇ ਆਉਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚੋਣ ਕੰਪੇਨ ਦੇ ਵਾਸਤੇ ਜਿਹੜਾ ਚੌਪਰ ਰੈਂਟ ਤੇ ਲਿਆ ਜਾਂ ਕਿਉਂਕਿ ਆਮ ਤੌਰ ਤੇ ਸਾਰੀਆਂ ਪਾਰਟੀਆਂ ਤੌਰ ਤੇ ਵੀ ਲੈਂਦੇ ਨੇਗੇ ਤਾਂ ਉਹਦੇ ਪੈਸੇ ਨਹੀਂ ਕੇ ਦਿੱਤੇ। ਹੁਣ ਇਹ ਐਲੀਗੇਸ਼ਨ ਕਿਉਂ ਨੇ, ਇਹਦਾ ਆਧਾਰ ਕੀ ਆ? ਸਾਡੇ ਨਾਲ ਲੈਫਟੀਨੈਂਟ ਕਰਨਲ ਅਨਿਲ ਰਾਜ ਹੈਗੇ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਇਹਨਾਂ ਦੇ ਵੱਲੋਂ ਹੀ ਜਿਹੜਾ ਇਹ ਚੌਪਰ ਦਿੱਤਾ ਗਿਆ ਸੀਗਾ। ਇਹ ਕਦੋਂ ਤੁਹਾਡੀ ਉਹਨਾਂ ਦੇ ਰਾਬਤੇ ਚ ਆਉਣੇ ਹੋ ਤੁਸੀਂ, ਕਦੋਂ ਸੰਪਰਕ ਹੁੰਦਾ ਵੀ ਸਾਨੂੰ ਚੌਪਰ ਚਾਹੀਦਾ? ਮੈਨੂੰ ਜੀ 2019 ਮਾਰਚ ਦੇ ਵਿੱਚ, ਮਾਰਚ ਦੇ ਮਹੀਨੇ 'ਚ ਜਿਹੜਾ ਕੈਪਟਨ ਦਾ ਉਦੋਂ ਐਡਵਾਈਜ਼ਰ ਸੀਗਾ ਐਵੀਏਸ਼ਨ ਦਾ ਕਰਨਲ RPS महल, ਉਹ ਮੇਰਾ ਫੌਜ ਦੇ ਵੀ ਸੀਨੀਅਰ ਸੀ, ਉਹਨੇ ਮੈਨੂੰ ਕੰਟੈਕਟ ਕੀਤਾ ਕਿ ਯਾਰ ਕੈਪਟਨ ਸਾਹਿਬ ਨੂੰ ਜਹਾਜ਼ ਨਹੀਂ ਮਿਲ ਰਿਹਾ ਕੋਈ, ਤੇ ਬੀਜੇਪੀ ਵਾਲੇ ਸਾਰੇ ਜਹਾਜ਼ ਲੈ ਗਏ, ਉਹਨਾਂ ਦੀ ਚੈਟ ਵੀ ਹੈਗੀ ਹੈ, ਤੇ ਮੈਨੂੰ ਤੁਸੀਂ ਮਦਦ ਕਰੋ ਮੇਰੀ। ਉਦੋਂ ਮੇਰੇ ਕੋਲ 2 ਹੈਲੀਕਾਪਟਰ ਸੀਗੇ ਜਿਹੜੇ ਮੈਂ ਲੀਜ਼ ਤੇ ਲਏ ਸੀਗੇ, ਤੇਲੰਗਾਨਾ ਸੀਗੇ। ਮੈਂ ਕਿਹਾ ਜੀ ਮੈਂ ਜੇ ਉੱਥੋਂ ਬੁਲਾਵਾਂਗਾ ਤੇ ਮੈਨੂੰ ਤਾਂ ਕੰਪਨਸੇਸ਼ਨ ਦੇਣੀ ਪੈਣੀ ਹੈ। ਕਹਿੰਦੇ ਨਹੀਂ ਤੂੰ ਵੀ ਫੌਜੀ ਹੈ, ਕੈਪਟਨ ਵੀ ਫੌਜੀ ਹੈ, ਅਸੀਂ ਸਾਰੇ ਫੌਜੀ ਹੈ, ਵੀ ਸ਼ੁੱਡ ਹੈਲਪ ਈਚ ਅਦਰ। ਸੋ ਮੈਂ ਇਹਨਾਂ ਦੀ ਗੱਲ ਤੇ ਆ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਇੱਕ ਹੈਲੀਕਾਪਟਰ ਮੰਗਾਇਆ, ਉਹਦੀ ਕੰਪਨਸੇਸ਼ਨ ਦਿੱਤੀ ਹੈ, ਜਿਹੜੇ ਪੈਸੇ ਵਗੈਰਾ ਮੋੜੇ ਸਾਰੀ ਉਹਦੀ ਪ੍ਰੂਫ ਹੈਗੇ ਸਾਡੇ ਕੋਲ। ਤੇ ਜਦ 23 ਤਰੀਕ ਨੂੰ ਜਹਾਜ਼ ਆਇਆ ਮੈਂ ਕੈਪਟਨ ਸਾਹਿਬ ਨਾਲ ਵੀ ਗੱਲ ਕੀਤੀ ਐਂਡ ਮੈਂ ਇਹਨਾਂ ਨੂੰ ਕੰਟਰੈਕਟ ਫਾਰਮੂਲੇਟ ਕਰਕੇ ਕੈਪਟਨ महल ਨੂੰ ਤੇ ਰਾਜਿੰਦਰ ਗੁਪਤਾ ਨੂੰ ਦਿੱਤਾ। ਅਨਫੋਰਚੂਨੇਟਲੀ 24 ਤਰੀਕ ਨੂੰ ਮੇਰੇ ਮਦਰ ਦਾ ਦੇਹਾਂਤ ਹੋ ਗਿਆ। ਉਹ ਮੇਰੇ ਬ੍ਰਦਰ ਕੋਲ ਸੀਗੇ ਆਸਟ੍ਰੇਲੀਆ, ਮੈਂ ਉੱਥੇ ਚਲਾ ਗਿਆ। ਪਿੱਛੋਂ ਫਲਾਈਂਗ ਵਗੈਰਾ ਹੁੰਦੀ ਗਈ, ਪੈਸੇ ਕਦੀ ਦਿੰਦੇ ਸੀ ਕਦੀ ਨਹੀਂ, ਬੜੇ ਰੁਕ ਕੇ ਦਿੰਦੇ ਰਹੇ। ਇਹ ਸਾਰਾ ਪੈਸਾ ਰਾਜਿੰਦਰ ਗੁਪਤਾ ਦੀ ਟਰਾਈਡੈਂਟ ਕੰਪਨੀਆਂ ਤੋਂ ਆਇਆ, ਸਾਰਾ ਪੈਸਾ। ਇਹ ਰਾਜਿੰਦਰ ਗੁਪਤਾ ਜੀ ਦਾ ਚੇਅਰਮੈਨ ਹੈ, ਅਭਿਸ਼ੇਕ ਗੁਪਤਾ, ਏਸ਼ੀਅਨ ਟੈਕਸਟਾਈਲ ਕਾਰਪੋਰੇਸ਼ਨ, ਲੋਟਸ ਪਾਰਕ, ਬਠਿੰਡਾ ਕਾਟਨ ਮਿल्स, ਇਹ ਸਾਰੀ ਰਾਜਿੰਦਰ ਗੁਪਤਾ ਦੀ ਕੰਪਨੀਆਂ ਦਾ ਪੈਸਾ बैंक च आया। एंड जब फ्लाइंग खत्म हो गई, जब मैं वापस आया, मैं उन्होंने को गया कि जी मेरा बकाया दे दो, उन्होंने मैनू मना करता देण दो। मैं CM हाउस के बड़े चक्कर कट्टे। फिर अक्टूबर ਦੇ ਵਿੱਚ ਮੇਰੇ ਉਹਨਾਂ ਨੇ ਖੈਰ ਜੇ ਕਹੀਏ ਸਰਕਾਰੀ ਤੌਰ ਤੇ ਨਹੀਂ ਨਿੱਜੀ ਤੌਰ ਤੇ ਲਿਆ ਹੋਣਾ ਵੀ ਜਿਵੇਂ ਮੈਂ ਕੱਲ ਨੂੰ ਚਾਹਾਂ ਵੀ ਮੈਨੂੰ ਤੁਸੀਂ ਲੀਜ਼ ਤੇ ਦੇ ਦਿਓ ਅੱਗੇ ਵੀ ਮੈਂ ਆਪਦੀ ਇਹ ਕਾਸੇ ਵੀ ਯੂਜ਼ ਵਾਸਤੇ ਤੁਹਾਨੂੰ ਦੱਸ ਕੇ ਉਸ ਹਿਸਾਬ ਦੇ ਨਾਲ ਲੈ ਸਕਦਾ ਹਾਂ। ਹਾਂਜੀ ਹਾਂਜੀ ਤੁਸੀਂ ਲੈ ਸਕਦੇ ਹੋ, ਲੇਕਿਨ ਇਟ ਵਾਸ ਯੂਟਿਲਾਈਜ਼ਡ ਫॉर ਦੀ ਕੈਂਪੇਨਿੰਗ ਆਫ ਦੀ ਇਲੈਕਸ਼ਨਸ ਬਾਈ ਦੀ CM ਬਿਕੋਜ਼ ਕੋਡ ਆਫ ਕੰਡਕਟ ਹੁੰਦਾ, ਉਦੋਂ ਸਰਕਾਰੀ ਮਸ਼ੀਨਾਂ ਇਸਤੇਮਾਲ ਨਹੀਂ ਕਰ ਸਕਦੇ। ਸੋ ਆਲ ਪਾਰਟੀਜ਼ ਦੇ ਟੇਕ ਹੈਲੀਕਾਪਟਰਸ ਔਨ ਹਾਇਰ, ਪ੍ਰਾਈਵੇਟ ਹੈਲੀਕਾਪਟਰਸ ਔਨ ਹਾਇਰ, ਜਿਹੜਾ ਇਹਨਾਂ ਨੇ ਵੀ ਲਿਆ ਸੀਗਾ। ਬਟ ਇਹਨਾਂ ਨੇ ਅਕਤੂਬਰ 'ਚ ਫਿਰ ਮੈਨੂੰ ਕਿਹਾ, ਭਰਤਿੰਦਰ ਨੇ ਤੇ ਖੁੱਬੀ ਰਾਮ ਨੇ ਬੁਲਾ ਕੇ CM ਹਾਊਸ ਦੇ ਵਿੱਚ, ਉੱਥੇ ਭੁਪਿੰਦਰ ਸਿੰਘ ਰਾਠੌਰ ਇੱਕ ਮੇਰੇ ਫਰੈਂਡ ਨੇ, ਉਹ ਵੀ ਨਾਲ ਗਏ ਸੀ ਕਿ ਵੀ ਅਸੀਂ 15-20 ਦਿਨਾਂ 'ਚ ਤੁਹਾਡਾ ਸਾਰਾ ਕਲੀਅਰ ਕਰ ਦਾਂਗੇ। ਉਹ ਦਿਨ ਤਾਂ ਅੱਜ ਦਾ ਦਿਨ ਇਹਨਾਂ ਨੇ ਮੈਨੂੰ ਨਾ ਪੈਸੇ ਦਿੱਤੇ, ਧਮਕੀਆਂ ਮੈਨੂੰ ਦਿੱਤੀਆਂ। ਰਾਜਿੰਦਰ ਗੁਪਤਾ महल ਇਹਨਾਂ ਨੇ ਕਿਹਾ ਵੀ ਤੇਰਾ ਐਕਸੀਡੈਂਟ ਵੀ ਹੋ ਸਕਦਾ ਹੈ, ਵੱਡੇ ਲੋਕ ਨੇ। ਮੈਂ ਇਹ ਗੱਲ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ, ਮੈਂ ਬੜੇ ਚੱਕਰ ਕੱਟੇ, ਮੈਨੂੰ ਇੱਕ ਵਾਰੀ ਮਿਲਣ ਦਿਓ ਬੀਇੰਗ ਅ ਫੌਜੀ। ਉਹ ਕਹਿੰਦੇ ਵੀ ਫੌਜੀਆਂ ਦੇ ਮਸੀਹਾ ਨੇ, ਬਟ ਆਈ ਡੋਂਟ ਥਿੰਕ ਸੋ ਦੈਟਸ ਟਰੂ। ਕਿੰਨੀ ਅਮਾਉਂਟ ਹੈ ਇਹ ਜਿਹੜੀ? ਇਹ ਮੇਰੀ ਅਮਾਉਂਟ ਜੀ ਹੁਣ 3 ਕਰੋੜ ਦੇ ਆਸ-ਪਾਸ ਹੈ। ਮੈਂ ਜਿਹੜੀ ਕੰਪਨੀ ਤੋਂ ਲਏ ਸੀ ਉਹਨਾਂ ਨੂੰ ਮੈਂ ਦੇ ਚੁੱਕਿਆ ਪੈਸੇ ਆਲਰੇਡੀ, ਮੇਰਾ ਪੈਸਾ ਇਹ ਦੇ ਨਹੀਂ ਰਹੇ। ਉੱਪਰੋਂ ਰਾਜਿੰਦਰ ਗੁਪਤਾ ਜਿਹੜਾ ਟਰਾਈਡੈਂਟ ਦਾ, ਉਹਨੇ ਮੇਰੇ ਤੇ ਝੂਠੇ ਕੇਸ ਪਾਏ 2, ਇੱਕ ਲੁਧਿਆਣਾ ਇੱਕ ਬਰਨਾਲਾ ਕੀ ਦੀ ਪ੍ਰਾਪਰਟੀਆਂ ਅਟੈਚ ਕਰੋ, ਇਹਨੇ ਤਾਂ ਮੈਨੂੰ ਪੈਸੇ ਦੇਣੇ ਹੈ। ਉਹ ਆਪਣੀ ਇੰਟਰਵਿਊ 'ਚ ਮੈਂ ਕਿਹਾ ਜੀ ਜੇ ਮੈਂ ਪੈਸੇ ਦੇਣੇ ਹੈ ਤੇ ਕੋਈ ਕੰਟਰੈਕਟ ਹੋਏਗਾ ਜਿੱਥੇ ਮੈਂ ਤੁਹਾਨੂੰ ਪੈਸੇ ਮੰਗੇ ਹੈ, ਕੋਈ देयर इज नथिंग। तो ਇਹਨੇ ਮੇਰੇ ਤੇ ਫਾਲਸ ਐਲੀਗੇਸ਼ਨ ਲਾ ਕੇ ਜਿਹੜੇ ਕੇਸ ਪਾਏ ਉਹ ਲੁਧਿਆਣਾ ਡਿਸਮਿਸ ਹੋ ਗਿਆ, ਬਰਨਾਲਾ ਵਾਲਾ ਇਜ਼ ਇਨ ਦ ਕੋर्ट एंड दिस इज द अनफॉर्चुनेट कि टैक्टिक से लोग अपना रहे हैं, मेरी आर्म ट्विस्टिंग कर रहे हैं, मैनू डरा रहे हैं, बट मैं बीइंग द फौजी जी मैं सरहद ते लड़ाई भी लड़िया, मैं इन्हां नाल भी लड़ांगा।
ਤੇ ਅਸੀਂ ਉਹੀ ਸੋਲਜਰ ਨੇ ਜਿਹੜੇ ਬਾਰਡਰ ਤੇ ਖੜੇ ਹੋ ਕੇ ਨਾ ਵਾਸਤੇ ਲੜਦੇ ਆ, ਤੇ ਇਹੀ ਬੰਦੇ ਸਾਨੂੰ ਪਿੱਛੇ ਆ ਕੇ ਸਾਡੇ ਤੇ ਛੁਰਾ ਕੋਪਤੇ, ਸਾਡੇ ਤੇ ਸਾਨੂੰ ਲੁੱਟਣ ਦੀ ਕੋਸ਼ਿਸ਼ ਕਰਦੇ। ਇਸ ਮਾਮਲੇ ਸੰਬੰਧੀ ਕੋਈ ਸ਼ਿਕਾਇਤਾਂ, ਕੋਈ ਇਨਕੁਆਇਰੀ ਜਾਂ ਫਿਰ ਤੁਸੀਂ ਕਿਤੇ ਕੋਈ ਕੰਪਲੇਂਟ ਕੀਤੀਆਂ? ਮੈਂ ਜੀ ਇਹਨਾਂ ਨੂੰ ਬਹੁਤ ਮੇਰੇ ਕੋਲ ਮਤਲਬ ਪੂਰਾ ਮੇਰੀ ਫਾਈਲ ਤੋਂ ਘੱਟੋ ਘੱਟ ਮਤਲਬ ਅੱਧੇ ਫੁੱਟ ਦੀ ਹੋ ਗਈ ਹੋਣੀ ਆ। ਮੈਂ ਕੈਪਟਨ ਸਾਹਿਬ ਨੂੰ ਬੜੀਆਂ ਮੇਲਾਂ ਪਾਈਆਂ, ਰਜਿੰਦਰ ਗੁਪਤਾ ਨੂੰ ਪਾਈਆਂ, ਫਿਰ ਪੁਲਿਸ 'ਚ ਕੰਪਲੇਂਟ ਕੀਤੀ। ਉਸ ਤੋਂ ਬਾਅਦ ਅਸੀਂ 156 ਵਾਸਤੇ ਇੱਥੇ ਇਹਨਾਂ ਨੂੰ ਜੱਜ ਸਾਹਿਬ ਨੂੰ ਇੱਥੇ ਅਪਲਾਈ ਕੀਤਾ, ਤੇ ਅੱਜ ਇਹਨਾਂ ਦਾ ਦੇਖੋ ਕੀ ਕਹਿੰਦੇ ਆ ਇਹ। ਪਰ ਇਹ ਜਿਹੜੀ ਤੁਹਾਡੀਆਂ ਪਹਿਲਾਂ ਕੋਈ ਇਹਦਾ ਬੇਸ ਬਣਿਆ ਵੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸੱਚੀ ਹੈ? ਕਿਉਂਕਿ ਠੀਕ ਹੈ ਕਿ ਤੁਸੀਂ ਇਹਨਾਂ ਦੇ ਜਦੋਂ ਕਿਸੇ ਨਾਲ ਰਾਬਤੇ ਚ ਹੁੰਨੇ ਆ, ਉਹਨਾਂ ਦੀ ਗੱਲ ਆਪਦੇ ਥਾਂ ਤੇ ਦੱਸੋ ਵੀ ਉਹ ਸਹੀ ਹੈ ਕਿ ਨਹੀਂ, ਪਰ ਜਿਹੜਾ ਤੁਸੀਂ ਇਹ ਕਰਿਆ, ਕੋਈ ਇਨਕੁਆਇਰੀ ਨੇ ਕਿਸੇ ਨੇ ਤੁਹਾਡੇ ਹੱਕ ਦੇ ਵਿੱਚ ਵੀ ਭੁਗਤੇ ਵੀ ਹਾਂ ਇਸ ਲੈਫਟੀਨੈਂਟ ਕਰਨਲ ਨੇ ਪੈਸੇ ਲੈਣੇ ਆ? ਹਾਂਜੀ ਬਿਲਕੁਲ। ਇਹ ਜਿਹੜਾ ਇਕਨੋਮਿਕ ਅਫੈਂਸ ਵਿੰਗ ਦੀ ਰਿਪੋਰਟ ਹੈ ਚੰਡੀਗੜ੍ਹ ਪੁਲਿਸ ਦੀ, ਉਹਦੇ 'ਚ ਜਿਹੜਾ ਇਨਵੈਸਟੀਗੇਸ਼ਨ ਅਫਸਰ ਹੈ ਉਹਨੇ ਇਹ ਕਿਹਾ ਹੈ ਕਿ ਇਹ ਜਿਹੜੇ ਬੰਦੇ ਨੇ ਪ੍ਰਾਈਮਾ ਫੇਸੀ ਦੇ ਆਰ ਗਿਲਟੀ, ਰਜਿੰਦਰ ਗੁਪਤਾ ਐਂਡ ਹਿਸ ਗੈਂਗ। ਉਹਨਾਂ ਨੇ ਇਨਕੁਆਇਰੀ ਚ ਕਰਿਆ, ਉਹਨਾਂ ਨੇ ਲਿਖਿਆ ਹੋਇਆ ਉਹਦੇ 'ਚ। ਉਹ ਇਨਕੁਆਇਰੀ ਜਿਹੜੀ ਹੈਗੀ ਚੰਡੀਗੜ੍ਹ ਯੂਟੀ ਪੁਲਿਸ ਨੇ ਦਿੱਤੀ, ਜਿਹੜੀ ਕਿ ਬਾਅਦ 'ਚ ਪੰਜਾਬ 'ਚ ਟ੍ਰਾਂਸਫਰ ਹੋ ਗਈ ਇਲੀਗਲੀ, ਬਿਕੋਜ਼ ਪੰਜਾਬ ਦਾ ਕੋਈ ਜੁਰਿਸਡਿਕਸ਼ਨ ਨਹੀਂ ਬਣਦਾ। ਤੇ ਉਹ ਫਿਰ ਇਹਨਾਂ ਨੇ ਇੱਕ ਹੋਰ ਇਲੀਗਲ ਇਨਵੈਸਟੀਗੇਸ਼ਨ ਕਰਾਈ ਸੈਕਟਰ 3 ਦੇ ਪੁਲਿਸ ਥਾਣੇ ਤੋਂ, ਜਿਹੜਾ ਕਿ ਉਹਦਾ ਜੁਰਿਸਡਿਕਸ਼ਨ ਬਣਦੀ ਨਹੀਂ, 1 ਕਰੋੜ ਤੋਂ ਉੱਪਰ ਜਿਹੜੀ ਹੈ ਦੇ ਕਾਂਟ ਡੂ ਇਟ। ਉਹ ਅਸੀਂ ਜਦ ਹੀ ਨੋਟਿਸ ਵੀ ਲਾਏ ਆ। ਸੋ ਉਹਦੇ 'ਚ ਉਹ ਸਾਫ਼ ਕਹਿੰਦੇ ਜਿਹੜੇ ਰਜਿੰਦਰ ਗੁਪਤਾ ਦੇ ਬੰਦੇ ਹੈ ਕਿ ਵੀ ਹਾਂ ਵੀ ਫਲਾਈਂਗ ਹੋਈ, ਪੈਸਾ ਦੇਣਾ ਵੀ ਬੰਦਾ ਹੈ, ਪਰ ਹੁਣ ਕਾਂਗਰਸ ਪਾਰਟੀ ਦੇਵੇ, ਹੁਣ ਉਹ ਕੈਪਟਨ ਨੂੰ ਵੀ ਡੰਪ ਕਰ ਰਹੇ ਆ। ਉਹ ਕਹ ਰਹੇ ਜੀ ਤੁਸੀਂ ਕੈਪਟਨ ਸਾਹਿਬ ਤੋਂ ਲੈ ਲਓ ਜੋ ਲੈਣਾ ਹੈ, ਬਿਕੋਜ਼ ਨਾਓ ਰਜਿੰਦਰ। ਇਹ ਚੋਣਾਂ ਕਿਹੜੀਆਂ ਸੀਗੀਆਂ ਆ ਜਿਹੜੀਆਂ ਲੰਘੇ ਗਈਆਂ, ਇਹਦੀ ਗੱਲ ਕਰ ਰਹੇ ਹੋ ਜਾਂ ਨਹੀਂ? 2019 ਦੇ ਲੋਕ ਸਭਾ ਇਲੈਕਸ਼ਨ ਦੀ ਗੱਲ ਹੈ, 4 ਸਾਲ ਹੋ ਗਏ ਇਸ ਗੱਲ ਨੂੰ। ਅੱਛਾ, ਹਾਂਜੀ। ਯਾਨੀ ਕਿ ਜਦੋਂ ਉਦੋਂ ਤੱਕ ਕੈਪਟਨ ਸਾਹਿਬ ਕਾਂਗਰਸ ਚ ਸੀਗੇ ਐਜ਼ ਅ ਸੀਐਮ ਹੀ ਸੀ? ਯੈਸ, ਹੀ ਵਾਸ ਦ ਚੀਫ ਮਿਨਿਸਟਰ, ਸਿਟਿੰਗ ਚੀਫ ਮਿਨਿਸਟਰ, ਐਂਡ ਹੀ ਵਾਸ ਕੰਪੇਨਿੰਗ ਫॉर ਕਾਂਗਰਸ ਪਾਰਟੀ। ਪਰ ਇਹਨੇ ਜਿਵੇਂ ਜਦੋਂ ਤੁਸੀਂ ਕਿਹਾ ਵੀ ਤੁਹਾਡੀ ਮਦਰ ਦੀ ਡੈਥ ਹੋ ਗਈ, ਤੁਸੀਂ ਵਾਪਸ ਆਏ, ਉਦੋਂ ਬਾਅਦ ਦੇ ਵਿੱਚ ਤੁਸੀਂ ਰਾਬਤਾ ਕਰਨਾ ਇਹਨਾਂ ਨਾਲ ਸ਼ੁਰੂ ਕਰਿਆ, ਨਾਲ ਦੀ ਨਾਲ ਨਹੀਂ ਤੁਸੀਂ ਕੋਈ ਸਟੈਪ ਇਸ ਤਰ੍ਹਾਂ ਦਾ ਚੱਕਿਆ ਵੀ ਜਿਵੇਂ ਇਹ ਇਨਕੁਆਇਰੀਆਂ ਬਾਅਦ ਚ ਤੁਸੀਂ ਤੁਰੇ, ਜਾਂ ਇਹ ਉਦੋਂ ਦੀਆਂ ਇਨਕੁਆਇਰੀਆਂ ਨੇਗੀਆਂ? ਨਹੀਂ, ਇਹ ਉਦੋਂ ਦੀਆਂ ਨੇ, ਉਦੋਂ ਦੀ ਸਾਰੀਆਂ ਚਿੱਠੀਆਂ। ਪਹਿਲਾਂ ਤਾਂ ਮੈਂ ਕੈਪਟਨ ਸਾਹਿਬ ਨੂੰ ਮਿਲਣਾ ਸੀਗਾ, ਮੈਂ ਇਹਨਾਂ ਦੇ ਗਿਆ, ਇਹਨਾਂ ਨੂੰ ਚਿੱਠੀਆਂ ਲਿਖੀਆਂ, ਰਜਿੰਦਰ ਗੁਪਤਾ ਨੂੰ ਲਿਖੀਆਂ ਕਿ ਵੀ ਪਲੀਜ਼ ਗਿਵ ਮਾਈ ਮਨੀ ਬੈਕ। 2019 ਚ ਹੋਈ ਅਕਤੂਬਰ ਚ, 20 ਚ ਮੈਂ ਕੰਪਲੇਂਟ ਪਾਤੀ ਵਿਦਿਨ 6 ਮੰਥਸ ਵੈਨ ਦੇ ਡਿਡਨਟ ਲਿਸਨ ਟੂ ਮੀ। ਪਰ ਹੁਣ ਯਾਨੀ ਕਿ ਮੈਟਰ ਤੁਹਾਡਾ ਕੋਰਟ ਚ ਹੈ ਵੀ ਕੀ ਡਿਸਾਈਡ ਹੁੰਦਾ ਹੈ? ਨਹੀਂ, ਜਿਹੜੀ ਇਕਨੋਮਿਕ ਅਫੈਂਸ ਵਿੰਗ ਦੀ ਰਿਪੋਰਟ ਤਾਂ ਫਾਈਨਲ ਹੈ, ਉਹਦੇ ਚ ਇਹਨਾਂ ਨੂੰ ਅਕਿਊਜ਼ ਪਾਇਆ ਗਿਆ ਹੈ। ਫਿਰ ਉਹਨਾਂ ਨੇ ਕਾਰਵਾਈ ਅੱਗੇ ਨਹੀਂ ਵਧਾਈ ਹੈ? ਉਹਨਾਂ ਨੇ ਕਾਰਵਾਈ ਜਦ ਵਧਾਣੀ ਸੀ ਉਹ ਇਹਨਾਂ ਨੇ ਪੰਜਾਬ ਚ ਕਰਤੀ, ਪੰਜਾਬ ਚ ਫਾਈਲ ਡਸਟ ਕਰ ਰਹੀ ਹੈ, ਕੋਈ ਪੰਜਾਬ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਉਹਦੇ ਤੇ ਅਸੀਂ ਫਿਰ 156(3) ਦੀ ਇੱਥੇ ਪਾਈ ਹੈ, ਬਿਕੋਜ਼ ਪੁਲਿਸ ਮਤਲਬ ਕਿ ਜਸਟ ਇਮੇਜਿਨ ਕਿ ਮੇਰੀ ਇੱਕ FIR ਨਹੀਂ ਰਜਿਸਟਰ ਹੋ ਰਹੀ। ਪਰ ਇਹ ਇੱਕ ਥੋੜਾ ਜਿਹਾ ਇਹ ਵੀ ਦੱਸ ਦਿਓ ਹੁਣ ਲਾਸਟ 'ਚ ਵੀ ਜਿਵੇਂ ਤੁਹਾਨੇ ਅਮਾਉਂਟ ਬਣਾਈ, ਚਲੋ ਕੁਛ ਤਾਂ ਇਹਦੇ ਤੇ ਤੁਸੀਂ ਰੇਟ ਆਫ ਇੰਟਰਸਟ ਲਾਇਆ ਹੋਣਾ ਉਦੋਂ ਬਾਅਦ ਦੇ ਵਿੱਚ ਵੀ ਜਦੋਂ ਸਮਾਂ ਨਹੀਂ ਦਿੱਤਾ। ਇੱਕ ਇਹ ਦੱਸੋ ਵੀ ਜਿਵੇਂ ਹੁਣ ਇਹ ਰੋਜ਼ ਯੂਜ਼ ਕਰਦੇ ਸੀਗੇ, ਇੱਕ ਫਲਾਈਂਗ ਦਾ ਕਿੰਨਾ ਖਰਚਾ ਇੱਕ ਦਿਨ ਦਾ ਆਇਆ ਹੋਊਗਾ? ਦੇਖੋ ਜੀ, ਇਹ ਡਿਫਰੈਂਟ ਡਿਪੈਂਡਿੰਗ ਔਨ ਕਿ ਤੁਹਾਡਾ ਕੰਟਰੈਕਟ ਕੀ ਹੈ। ਜਿੱਦਾਂ ਇਹਨਾਂ ਨਾਲ ਜਿਹੜੀ ਮੇਰੀ ਕੰਟਰੈਕਟ ਹੋਈ ਸੀ ਉਹ 5 ਲੱਖ ਰੁਪਏ ਪਰ ਘੰਟਾ ਸੀ, ਮਿਨੀਮਮ 3 ਘੰਟੇ ਇੱਕ ਦਿਨ ਦੇ। ਇਲੈਕਸ਼ਨ 'ਚ ਇਸ ਤਰ੍ਹਾਂ ਕਿਉਂਕਿ ਬਹੁਤ ਮਹਿੰਗੇ ਹੈਲੀਕਾਪਟਰ ਆਉਂਦੇ ਆ ਤੇ ਮੈਂ ਤਾਂ ਕੰਪਨਸੇਸ਼ਨ ਦੇ ਕੇ ਉਡਾਇਆ ਸੀਗਾ। ਸੇ 3 ਘੰਟੇ ਤੇ 5 ਲੱਖ ਰੁਪਏ ਪਰ ਘੰਟੇ ਦੇ ਹਿਸਾਬ ਨਾਲ ਇਹਨਾਂ ਨਾਲ ਮੇਰਾ ਕੰਟਰੈਕਟ ਸੀਗਾ ਜਿਹੜਾ ਮੈਂ ਦਿੱਤਾ ਇਹਨਾਂ ਨੂੰ। ਪਰ ਘੰਟੇ 5 ਲੱਖ ਰੁਪਏ ਵੀ ਉੱਡ ਕੇ ਜਿੱਥੇ ਵੀ ਜਾਂਦਾ? ਹਾਂਜੀ, ਜਿੱਥੇ ਵੀ ਜਾਂਦਾ। ਜੇ ਫਲਾਈਂਗ ਨਾ ਵੀ ਕਰਨ ਤਾਂ ਵੀ ਪੈਸੇ ਦੇਣੇ ਪੈਣੇ, ਬਿਕੋਜ਼ ਦੈਟ ਹੈਲੀਕਾਪਟਰ ਇਜ਼ ਅੰਡਰ ਕੰਟਰੈਕਟ, ਕਿਉਂਕਿ ਮੈਂ ਤਾਂ ਅੱਗੇ ਪੈਸੇ ਦੇਣੇ ਹੀ ਆ ਉਹਨਾਂ ਨੂੰ। ਇਹ ਫਿਰ ਯਾਨੀ ਕਿ ਜਿੰਨੇ ਦਿਨ ਲਈ ਅਸੀਂ ਤੁਹਾਡਾ ਚੌਪਰ ਬਾਉਂਡ ਕਰਦੇ ਆ ਤਾਂ ਉਹਨੇ ਦਿਨ ਲਈ ਤੁਸੀਂ ਉਹ ਘੰਟਿਆਂ ਦੇ ਹਿਸਾਬ ਦੇ ਨਾਲ ਚਾਰਜ ਕਰਦੇ? ਐਬਸੋਲੂਟਲੀ, ਹਾਂਜੀ ਬਿਲਕੁਲ। ਖੈਰ ਇਹ ਪੂਰੇ ਮਾਮਲੇ 'ਚ ਇਹ ਦੇਖੀਏ ਕਿ ਹੁਣ ਇਹ ਕੋਰਟ ਦੇ ਵਿੱਚ ਆਏ ਨੇ, ਉਹ ਪਰ ਨਾਲ ਗੱਲ ਇਹ ਵੀ ਕਿ ਇਸ ਦਾ ਵੱਡਾ ਮਾਮਲਾ ਜਦੋਂ ਖੜਾ ਹੁੰਦਾ ਤਾਂ ਉਦੋਂ ਪਹਿਲਾਂ ਕਿਸੇ ਨੇ ਕੀ ਇਹਦੇ ਉੱਤੇ ਕਿਉਂ ਨਹੀਂ ਧਿਆਨ ਮਾਰਿਆ। ਹੁਣ ਇਹ ਕਹਿੰਦੇ ਵੀ ਇਨਕੁਆਇਰੀ ਪਹਿਲਾਂ ਇਕਨੋਮਿਕ ਵਿੰਗ ਵੱਲੋਂ ਉਹਨਾਂ ਨੂੰ ਅਕਿਊਜ਼ ਬਣਾਤਾ ਹੈ। ਦੂਜੇ ਪਾਸੇ ਗੱਲ ਇਹ ਵੀ ਇਕਨੋਮਿਕ ਵਿੰਗ ਦੀ ਕਾਰਵਾਈ ਨੂੰ ਫਿਰ ਅੱਗੇ ਜਦੋਂ ਪੂਰੀ ਕੰਕਲੂਜਨ ਤੇ ਆਉਣ ਲੱਗੀ ਤਾਂ ਉਦੋਂ ਬਾਅਦ ਦੇ ਵਿੱਚ ਇਹਨਾਂ ਨੂੰ ਪੰਜਾਬ ਟ੍ਰਾਂਸਫਰ ਕਰਤਾ। ਹੁਣ ਪੰਜਾਬ ਪੁਲਿਸ ਇਹਦੇ ਤੇ ਕਹਿੰਦੇ ਐਕਸ਼ਨ ਕੀ ਲੈਂਦੀ ਆ, ਪਰ ਗੱਲ ਇਹ ਵੀ ਜਿਹੜੇ ਚੌਪਰ ਉੱਡਦੇ ਨੇਗੇ ਉਹਨਾਂ ਦੇ ਖਰਚੇ ਤੁਸੀਂ ਸੁਣ ਲਏ ਲੀਡਰਾਂ ਦੇ, ਪਰ ਦੂਜੇ ਪਾਸੇ ਇਹ ਹੈ ਵੀ ਕੈਪਟਨ ਅਮਰਿੰਦਰ ਹੀ ਬਿਹਤਰ ਦੱਸ ਸਕਦੇ ਨੇ ਵੀ ਆਖਰ ਇਹ ਅਮਾਉਂਟ ਲਟਕਦੀ ਇੰਨੀ ਵੀ ਕਿਵੇਂ ਬਣ ਗਈ ਤੇ ਦੂਜੇ ਪਾਸੇ ਪੈਸੇ ਦਿੱਤੇ ਕਿਉਂ ਨਹੀਂ ਗਏ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।